ਅੱਗੇ ਸਾਖੀ ਆਪ ਜੀ ਦੇ ਮੱਝੀਆਂ ਚਰਾਉਣ ਦੀ ਚੱਲੀ। ਮਾਤਾ ਪਿਤਾ ਨੇ ਦੇਖਿਆ ਕਿ ਘਰ ਵਿੱਚ ਬਾਲਕ ਨਾਨਕ ਜੀ ਵਧੇਰੇ ਸੋਚਾਂ ਵਿਚਾਰਾਂ ਵਿੱਚ ਪਏ ਰਹਿੰਦੇ ਹਨ ਤੇ ਬਾਹਰ ਖੁੱਲ੍ਹੇ ਥਾਂ 'ਤੇ ਵਣਾਂ ਖੇਤਾਂ ਵਿੱਚ ਖੁਸ਼ ਰਹਿੰਦੇ ਹਨ ਤੇ ਉੱਥੇ ਲੋਕਾਂ ਨਾਲ ਗੱਲਾਂ ਅਤੇ ਵਿਚਾਰਾਂ ਕਰਕੇ ਵੀ ਖੁਸ਼ ਹੁੰਦੇ ਹਨ। ਇਸ ਲਈ ਉਹਨਾਂ ਨੂੰ ਕੋਈ ਅਜਿਹਾ ਕੰਮ ਦਿੱਤਾ ਜਾਏ ਜਿਸ ਨਾਲ ਆਪ ਜੀ ਖੁਸ਼ ਤੇ ਪ੍ਰਸੰਨ ਰਹਿਣ। ਵਿਚਾਰ ਕੇ ਮੱਝੀਆਂ ਚਰਾਉਣ ਲਈ ਖੇਤਾਂ ਦੇ ਵਣਾਂ ਜੰਗਲਾਂ ਵਿੱਚ ਲਿਜਾਣ ਦਾ ਕੰਮ ਸੌਂਪ ਦਿੱਤਾ ਗਿਆ। ਆਪ ਜੀ ਨੇ ਉਜਾੜ ਥਾਂ ਮੱਝੀਆਂ ਘਾਹ ਚਰਨ ਛੱਡ ਦਿੱਤੀਆਂ ਤੇ ਆਪ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਗਏ। ਡੰਗਰ ਚਰਦੇ ਚਰਦੇ ਖੇਤਾਂ ਵਿੱਚ ਜਾ ਵੜੇ। ਕੁਝ ਫਸਲਾਂ ਉਜਾੜ ਦਿੱਤੀਆਂ। ਕਿਸਾਨ ਨੇ ਆ ਕੇ ਪਸ਼ੂ ਬਾਹਰ ਕੱਢੇ ਤੇ ਰਾਏ ਬੁਲਾਰ ਪਾਸ ਬਾਲਕ ਨਾਨਕ ਜੀ ਦੀ ਸ਼ਿਕਾਇਤ ਕਰ ਦਿੱਤੀ। ਬਾਲ ਨਾਨਕ ਜੀ ਨੂੰ ਵੀ ਹਾਕਮ ਦੇ ਪੇਸ਼ ਕੀਤਾ ਗਿਆ। ਜਦੋਂ ਰਾਏ ਬੁਲਾਰ ਨੇ ਕਿਸਾਨ ਤੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਬੰਦੇ ਭੇਜੇ ਤਾਂ ਉਹਨਾਂ ਕੀ ਦੇਖਿਆ ਕਿ ਕੋਈ ਨੁਕਸਾਨ ਨਹੀਂ ਹੋਇਆ। ਫਸਲ ਉਸੇ ਤਰ੍ਹਾਂ ਠੀਕ ਖੜੀ ਹੈ। ਸਭ ਨੇ ਮੰਨ ਲਿਆ ਕਿ ਇਹ ਬਾਲਕ ਰੱਬ ਦਾ ਕੋਈ ਖਾਸ ਨੂਰ ਹੈ। ਅੱਗੇ ਸਾਖੀ ਸੱਪ ਨੇ ਛਾਂ ਕੀਤੀ। ਇੱਕ ਦਿਨ ਫਿਰ ਕੌਤਕ ਵਰਤਿਆ ਤੇ ਨਗਰ ਤੇ ਕਈ ਲੋਕਾਂ ਤੇ ਹਾਕਮ ਰਾਏ ਬੁਲਾਰ ਨੇ ਵੀ ਵੇਖਿਆ ਕਿ ਪਸ਼ੂ ਚਾਰਨ ਗਏ ਬਾਲਕ ਨਾਨਕ ਜੀ ਆਪ ਇੱਕ ਰੁੱਖ ਥੱਲੇ ਸੁੱਤੇ ਪਏ ਸਨ ਤੇ ਪਸ਼ੂ ਆਪਣੇ ਆਪ ਜੰਗਲ ਵਿੱਚੋਂ ਘਾਹ ਪੱਤੇ ਖਾ ਰਹੇ ਸਨ। ਸੁੱਤੇ ਪਏ ਬਾਲਕ ਨਾਨਕ ਜੀ ਉੱਪਰ ਸੂਰਜ ਦੀ ਧੁੱਪ ਪੈਣ ਲੱਗੀ ਤੇ ਸੂਰਜ ਇੱਕ ਪਾਸੇ ਵੱਲ ਵੱਧ ਗਿਆ। ਉਹ ਦੇਖ ਰਹੇ ਸਨ ਕਿ ਇੱਕ ਰੁੱਖ ਦੇ ਮੁੱਢ ਵਿੱਚੋਂ ਇੱਕ ਸੱਪ ਨਿਕਲਿਆ ਤੇ ਸਿੱਧਾ ਬਾਲਕ ਜੀ ਦੇ ਸਿਰ ਤੇ ਆ ਕੇ ਖੜਾ ਹੋ ਗਿਆ। ਉਸ ਸੱਪ ਨੇ ਆਪਣਾ ਫਣ ਖਿਲਾਰ ਲਿਆ ਤੇ ਅਜਿਹੇ ਢੰਗ ਨਾਲ ਖੜਾ ਹੋ ਗਿਆ ਕਿ ਬਾਲਕ ਨਾਨਕ ਜੀ ਦੇ ਚਿਹਰੇ ਤੇ ਛਾਂ ਹੋ ਗਈ। ਸੂਰਜ ਦੀ ਸਿੱਧੀ ਧੁੱਪ ਪੈਣੀ ਹਟ ਗਈ। ਲੋਕ ਇਹ ਦੇਖ ਕੇ ਹੈਰਾਨ ਸਨ ਕਿ ਸੱਪ ਤਾਂ ਮਨੁੱਖਾਂ ਨੂੰ ਡੰਗ ਮਾਰ ਕੇ ਖਤਮ ਕਰ ਸਕਦਾ ਹੈ, ਪਰ ਇਹ ਜ਼ਹਿਰੀ ਨਾਗ ਹਮਲਾ ਕਰਨ ਦੀ ਥਾਂ ਗੁਰੂ ਨਾਨਕ ਜੀ ਦੇ ਛਾਂ ਕਰਕੇ ਸੇਵਾਦਾਰ ਬਣਿਆ ਹੋਇਆ ਹੈ। ਸਾਰੇ ਨਗਰ ਵਿੱਚ ਚਰਚਾ ਹੋ ਗਈ। ਜਦ ਲੋਕ ਇਕੱਠੇ ਹੋਏ ਤਾਂ ਸੱਪ ਚੁੱਪ ਕਰਕੇ ਮੁੜ ਰੁੱਖ ਦੀ ਖੁੱਡ ਵਿੱਚ ਅਲੋਪ ਹੋ ਗਿਆ। ਨਗਰ ਦਾ ਹਾਕਮ ਰਾਏ ਬੁਲਾਰ ਤੇ ਬੀਬੀ ਨਾਨਕੀ ਜੀ ਦੋ ਹੀ ਮਨੁੱਖ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਾਲਕ ਗੁਰੂ ਨਾਨਕ ਜੀ ਨੂੰ ਪਛਾਣ ਲਿਆ ਕਿ ਇਹ ਸਧਾਰਨ ਮਨੁੱਖ ਨਹੀਂ ਸਗੋਂ ਰੱਬ ਦਾ ਭੇਜਿਆ ਹੋਇਆ ਕੋਈ ਪੀਰ ਜਾਂ ਅਵਤਾਰ ਹਨ। ਰਾਏ ਬੁਲਾਰ ਨੇ ਜਦੋਂ ਮੌਲਵੀ ਤੋਂ ਸੁਣਿਆ ਕਿ ਬਾਲਕ ਨਾਨਕ ਪੜ੍ਹਨ ਨਹੀਂ ਪੜ੍ਹਾਉਣ ਆਇਆ ਸੀ ਤਾਂ ਉਹ ਉਚੇਚੇ ਤੌਰ 'ਤੇ ਮਿਲਣ ਆਇਆ। ਉਹ ਗੁਰੂ ਜੀ ਦੇ ਨੂਰਾਨੀ ਚਿਹਰੇ 'ਤੇ ਪਿਆਰ ਭਰੀ ਰੱਬੀ ਗੱਲਾਂ ਸੁਣ ਕੇ ਬੇਹੱਦ ਪ੍ਰਭਾਵਿਤ ਹੋਇਆ। ਉਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਇੱਕ ਵੱਡਾ ਫਣੀਅਰ ਸੱਪ ਧੁੱਪੇ ਸੁੱਤੇ ਪਏ ਬਾਲ ਨਾਨਕ ਜੀ ਦੇ ਫਣ ਖਿਲਾਰ ਕੇ ਛਾਂ ਕਰ ਰਿਹਾ ਹੈ। ਉਹ ਜਾ ਕੇ ਦੇਖ ਆਇਆ ਸੀ ਕਿ ਜਿਹੜੀ ਖੇਤੀ ਪਸ਼ੂ ਚਰ ਗਏ ਸਨ ਉਹ ਪਹਿਲਾਂ ਵਾਂਗ ਹਰੀ ਭਰੀ ਹੋਈ ਪਈ ਸੀ। ਉਹਨਾਂ ਨਾਲ ਜਿਤਨਾ ਸਮਾਂ ਗੁਰੂ ਜੀ ਰਾਏ ਭੋਏ ਦੀ ਤਲਵੰਡੀ ਰਹੇ, ਰਾਏ ਬੁਲਾਰ ਨਿੱਤ ਉਹਨਾਂ ਦੇ ਦਰਸ਼ਨ ਕਰਨ ਆਉਂਦੇ। ਜਦ ਵੀ ਕਦੇ ਮਹਿਤਾ ਕਾਲੂ ਜੀ ਪੁੱਤਰ ਦੇ ਦੁਨਿਆਵੀ ਕੰਮ ਧੰਦੇ ਨਾ ਕਰਨ ਤੇ ਦੁਖੀ ਹੁੰਦੇ ਤਾਂ ਰਾਏ ਬੁਲਾਰ ਜ਼ਰੂਰ ਆਖਦਾ ਕਿ ਇਹ ਤੁਹਾਡੇ ਘਰ ਵਿੱਚ ਰੱਬ ਆ ਗਿਆ ਹੈ, ਇਸ ਨੂੰ ਕਦੇ ਵੀ ਕੁਝ ਨਹੀਂ ਕਹਿਣਾ, ਤੁਸੀਂ ਚਿੰਤਾ ਨਾ ਕਰੋ, ਇਹਦੀ ਸੇਵਾ ਲਈ ਮੈਂ ਹਾਜ਼ਰ ਹਾਂ। ਇੱਕ ਦਿਨ ਪਿਤਾ ਜੀ ਨੇ ਪਰਿਵਾਰ ਦਾ ਇਕੱਠ ਕਰਕੇ ਉਸ ਸਮੇਂ ਆਪਣੇ ਸਪੁੱਤਰ ਨਾਨਕ ਜੀ ਨੂੰ ਪੁੱਛਿਆ, ਮੇਰੇ ਲਾਡਲੇ ਹੁਣ ਜਵਾਨ ਹੋ ਰਹੇ ਹੋ, ਅਸੀਂ ਚਿੰਤਾ ਵਿੱਚ ਹਾਂ ਕਿ ਤੁਸੀਂ ਕੋਈ ਕੰਮ ਕਾਰ ਸ਼ੁਰੂ ਕਰੋ। ਜੇਕਰ ਖੇਤੀ ਕਰਨੀ ਪਸੰਦ ਕਰੋ ਤਾਂ ਆਪਣੀ ਬਹੁਤ ਸਾਰੀ ਜ਼ਮੀਨ ਪਈ ਹੈ, ਜੇ ਆਖੋ ਤਾਂ ਤੈਨੂੰ ਹੱਟੀ ਬਣਾ ਦਿਆਂ। ਜੇ ਤੁਰਨ ਫਿਰਨ ਨੂੰ ਜੀ ਕਰਦਾ ਹੈ ਤੇ ਘੋੜਿਆਂ ਦੀ ਸੌਦਾਗਰੀ ਸ਼ੁਰੂ ਕਰ ਲੈ। ਜੇ ਕੋਈ ਹੋਰ ਕੁਝ ਨਹੀਂ ਕਰਨਾ ਤਾਂ ਮੇਰੇ ਵਾਂਗ ਨੌਕਰੀ ਕਰ ਲਓ। ਗੁਰੂ ਜੀ ਪਿਆਰ ਤੇ ਸਤਿਕਾਰ ਨਾਲ ਬੋਲੇ, ਤੁਹਾਨੂੰ ਪਤਾ ਹੈ ਕਿ ਇਸ ਸੰਸਾਰ ਤੋਂ ਸਭ ਨੇ ਤੁਰ ਜਾਣਾ ਹੈ। ਇੱਥੇ ਇਕੱਠਾ ਕੀਤਾ ਮਾਲ ਧਨ ਕੁਝ ਵੀ ਨਾਲ ਨਹੀਂ ਜਾਏਗਾ। ਮੈਨੂੰ ਫਿਕਰ ਅੱਗੇ ਦਾ ਹੈ। ਮੈਂ ਸੋਚਦਾ ਪਿਆ ਹਾਂ ਕਿ ਅੱਗੇ ਜਾ ਕੇ ਲੋਕ ਕੀ ਕਰਨਗੇ। ਮੈਂ ਇਹ ਸਾਰੇ ਕੰਮ ਜੋ ਤੁਸੀਂ ਦੱਸੇ ਹਨ ਸਾਰੇ ਹੀ ਕਰ ਰਿਹਾ ਹਾਂ। ਪਿਤਾ ਜੀ, ਸਾਨੂੰ ਤਾਂ ਕੋਈ ਕੰਮ ਤੁਹਾਡਾ ਨਜ਼ਰ ਨਹੀਂ ਆ ਰਿਹਾ। ਗੁਰੂ ਜੀ, ਸਰੀਰ ਰੂਪੀ ਧਰਤੀ ਵਿੱਚ ਮੇਰਾ ਮਨ ਵੀ ਵਾਹੀ ਕਰਕੇ ਪਰਮੇਸ਼ਵਰ ਦਾ ਨਾਮ ਪਿਆ ਬੀਜਦਾ ਹੈ। ਸੰਤੋਖ ਦਾ ਸੁਹਾਗਾ ਇਸ ਖੇਤੀ ਵਿੱਚ ਫੇਰਦਾ ਹਾਂ। ਇਸੇ ਤਰ੍ਹਾਂ ਉਮਰ ਦੀ ਹੱਟੀ ਵਿੱਚ ਨਾਮ ਦਾ ਸੌਦਾ ਪਾ ਕੇ ਵਪਾਰ ਵੀ ਕਰ ਰਿਹਾ ਹਾਂ। ਮੈਂ ਉਸ ਸਮੇਂ ਰੱਬ ਦੀ ਨੌਕਰੀ ਵੀ ਕਰ ਰਿਹਾ ਹਾਂ। ਹਰ ਵੇਲੇ ਉਹਦਾ ਹੁਕਮ ਸਮਝਣ ਤੇ ਉਸ ਤੇ ਅਮਲ ਕਰਨ ਦਾ ਯਤਨ ਕਰ ਰਿਹਾ ਹਾਂ। ਅੱਗੇ ਸਾਖੀ ਵੈਦ ਨਾਲ ਹੋਈ। ਹਰ ਇੱਕ ਦੇ ਪਿਆਰੇ ਗੁਰੂ ਨਾਨਕ ਜੀ 15 ਸਾਲ ਦੇ ਹੋ ਗਏ। ਉਹ ਜਵਾਨ ਉਮਰ ਵਿੱਚ ਪਹੁੰਚ ਰਹੇ ਸਨ, ਪਰ ਆਪ ਹਰ ਵੇਲੇ ਸੋਚਾਂ ਵਿੱਚ ਗੰਭੀਰ ਰਹਿਣ ਲੱਗ ਪਏ। ਕਈ ਦਿਨ ਲੇਟੇ ਰਹਿੰਦੇ, ਨਾ ਕੁਝ ਖਾਂਦੇ ਤੇ ਨਾ ਹੀ ਖੁੱਲ੍ਹ ਕੇ ਕਿਸੇ ਨਾਲ ਗੱਲਬਾਤ ਕਰਦੇ। ਚਿਹਰਾ ਭਾਵੇਂ ਲਾਲ ਭਖਦਾ ਤੇ ਚਮਕਦਾ ਸੀ, ਪਰ ਸਰੀਰ ਪਤਲਾ ਤੇ ਕਮਜ਼ੋਰ ਹੋ ਰਿਹਾ ਸੀ। ਜਿਹੜਾ ਦੇਖਦਾ ਉਹੀ ਚਿੰਤਾ ਕਰਦਾ ਤੇ ਪਿਤਾ ਮਹਿਤਾ ਕਾਲੂ ਰਾਮ ਜੀ ਨੂੰ ਕਹਿੰਦਾ, ਇਹਨਾਂ ਦੇ ਅੰਦਰ ਕੋਈ ਰੋਗ ਹੈ, ਇਸ ਪਿਆਰੇ ਸਪੁੱਤਰ ਨੂੰ ਵੈਦ ਨੂੰ ਦਿਖਾਓ।
ਇਹਦੇ ਅੰਦਰੋਂ ਰੋਗ ਦਾ ਇਲਾਜ ਕਰਵਾਓ। ਇਹ ਨਾ ਹੱਸਦਾ ਖੇਡਦਾ ਤੇ ਨਾ ਹੀ ਕੁਝ ਖਾਂਦਾ ਪੀਂਦਾ ਹੈ। ਜੇ ਸਰੀਰ ਨਰੋਆ ਹੋਵੇ ਤਾਂ ਇਹ ਲੇਟਿਆ ਕਿਉਂ ਰਹੇ? ਤਾਂ ਹੀ ਇਹਦਾ ਕਿਸੇ ਕੰਮ ਨੂੰ ਜੀ ਨਹੀਂ ਮੰਨਦਾ। ਇੱਕ ਦਿਨ ਪਿਤਾ ਜੀ ਨਗਰ ਦੇ ਸਭ ਤੋਂ ਚੰਗੇ ਵੈਦ ਹਰੀਦਾਸ ਪਾਸ ਗਏ। ਉਹਨਾਂ ਨੂੰ ਆਪਣੇ ਸਪੁੱਤਰ ਦੀ ਵਿਗੜੀ ਹਾਲਤ ਬਾਰੇ ਦੱਸਿਆ ਤੇ ਫਿਰ ਇਲਾਜ ਲਈ ਪੁੱਛਿਆ। ਵੈਦ ਹਰੀਦਾਸ ਉਸ ਵੇਲੇ ਉੱਠ ਕੇ ਮਹਿਤਾ ਜੀ ਦੇ ਨਾਲ ਹੀ ਉਹਨਾਂ ਦੇ ਘਰ ਗੁਰੂ ਜੀ ਨੂੰ ਦੇਖਣ ਆ ਗਿਆ। ਵੈਦ ਆ ਕੇ ਉਸੇ ਮੰਜੇ ਤੇ ਬੈਠ ਗਿਆ ਜਿੱਥੇ ਗੁਰੂ ਜੀ ਲੇਟੇ ਹੋਏ ਸਨ। ਪਹਿਲਾਂ ਮਹਿਤਾ ਕਾਲੂ ਜੀ ਨੇ ਗਿਣ ਕੇ ਦੱਸਿਆ ਕਿ ਉਹਨਾਂ ਦੇ ਪਿਆਰੇ ਸਪੁੱਤਰ ਨੂੰ ਕੀ ਰੋਗ ਹਨ। ਇਹ ਖਾਣ ਪੀਣ ਲਈ ਕੁਝ ਵੀ ਨਹੀਂ ਮੰਗਦਾ, ਧੱਕੇ ਜੋਰੀ ਨਾਲ ਕਦੇ ਕੁਝ ਖਾਂਦਾ ਹੈ। ਇਹ ਕਈ ਦਿਨ ਲੇਟਿਆ ਰਹਿੰਦਾ ਹੈ, ਕਿਸੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰਦਾ। ਪਹਿਲਾਂ ਤਾਂ ਇਸ ਤਰ੍ਹਾਂ ਨਹੀਂ ਸੀ ਕਰਦਾ। ਇਉਂ ਜਾਪਦਾ ਹੈ ਇਸ ਦੇ ਅੰਦਰ ਕੋਈ ਰੋਗ ਹੈ, ਜਿਸ ਕਰਕੇ ਇਸ ਦਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ। ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰੋਗ ਲੱਭੋ ਤੇ ਫਿਰ ਉਹਦਾ ਤੁਰੰਤ ਇਲਾਜ ਕਰੋ। ਵੈਦ ਹਰੀਦਾਸ ਨੇ ਗੁਰੂ ਜੀ ਦੀ ਬਾਂਹ ਤੇ ਹੱਥ ਰੱਖ ਕੇ ਨਬਜ਼ ਦੇਖਣੀ ਚਾਹੀ ਤਾਂ ਗੁਰੂ ਜੀ ਝੱਟ ਉੱਠ ਕੇ ਬੈਠ ਗਏ। ਉਹਨਾਂ ਵੈਦ ਨੂੰ ਪੁੱਛਿਆ, ਇਹ ਕੀ ਕਰਨ ਲੱਗਾ ਏ? ਵੈਦ ਨੇ ਬੜੇ ਠਰਮੇ ਨਾਲ ਦੱਸਿਆ ਕਿ ਉਹ ਗੁਰੂ ਜੀ ਦੇ ਸਰੀਰ ਅੰਦਰ ਰੋਗ ਦਾ ਪਤਾ ਕਰਨ ਲੱਗਾ ਹੈ। ਗੁਰੂ ਜੀ ਬਹੁਤ ਸਿਆਣਿਆਂ ਵਾਂਗ ਵੈਦ ਨੂੰ ਸਮਝਾਉਣ ਲੱਗ ਪਏ ਕਿ ਮੇਰੀਆਂ ਨਾੜੀਆਂ ਤੇ ਬਾਹਾਂ ਵਿੱਚ ਕੋਈ ਰੋਗ ਨਹੀਂ। ਸਰੀਰ ਦੇ ਕਿਸੇ ਅਜਿਹੇ ਹਿੱਸੇ ਵਿੱਚ ਕੋਈ ਅਜਿਹੀ ਬਿਮਾਰੀ ਨਹੀਂ ਜਿਸ ਦੀਆਂ ਨਿਸ਼ਾਨੀਆਂ ਤੈਨੂੰ ਮਿਲ ਜਾਣ। ਮੇਰੀ ਤਾਂ ਦਿਲ ਵਿੱਚ ਡੂੰਘੇ ਥਾਂ ਪੀੜ ਹੈ। ਇਸ ਪੀੜ ਨੂੰ ਨਾ ਤੂੰ ਲੱਭ ਸਕਦਾ ਹੈ ਤੇ ਨਾ ਹੀ ਸਮਝ ਸਕਦਾ ਹੈ। ਫਿਰ ਵੈਦ ਨੂੰ ਸਿੱਖਿਆ ਦੇਣ ਲੱਗ ਪਏ ਕਿ ਤੈਨੂੰ ਤਾਂ ਵੈਦ ਸਮਝੀਏ ਜੇਕਰ ਪਹਿਲਾਂ ਆਪਣੇ ਅੰਦਰ ਰੋਗ ਸਮਝ ਲਵੇਂ। ਫਿਰ ਤੈਨੂੰ ਅਜਿਹਾ ਦਾਰੂ ਇਲਾਜ ਲੱਭਣਾ ਚਾਹੀਦਾ ਹੈ ਜਿਸ ਨਾਲ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਣ। ਵੈਦ ਨੇ ਗੁੱਸਾ ਕੀਤਾ ਤੇ ਬੋਲ ਪਿਆ ਕਿ ਮੈਂ ਵੈਦ ਹਾਂ ਤੇ ਬਾਲ ਮੈਨੂੰ ਉਲਟਾ ਰੋਗੀ ਦੱਸ ਰਿਹਾ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਬੋਲਦਾ, ਗੁਰੂ ਜੀ ਨੇ ਕਿਹਾ, ਹਾਂ ਵੈਦ ਜੀ, ਤੁਸੀਂ ਰੋਗੀ ਹੋ। ਤੁਹਾਨੂੰ ਹਉਮੈ ਹੰਕਾਰ ਦਾ ਰੋਗ ਲੱਗਾ ਹੋਇਆ ਹੈ। ਤੁਹਾਨੂੰ ਹੀ ਨਹੀਂ, ਸਭ ਨੂੰ ਇਹ ਰੋਗ ਚਿੰਬੜਿਆ ਹੋਇਆ ਹੈ, ਪਰ ਲੋਕ ਸਮਝਦੇ ਨਹੀਂ। ਤਦ ਵੈਦ ਜੀ ਦੀ ਤਸੱਲੀ ਹੋ ਗਈ ਤਾਂ ਮੰਨ ਗਿਆ। ਤੁਸੀਂ ਠੀਕ ਆਖਦੇ ਹੋ, ਮੈਂ ਸਰੀਰਕ ਵੈਦ ਹਾਂ, ਤੁਸੀਂ ਆਤਮਾ ਦੇ ਵੈਦ ਹੋ। ਤੁਸੀਂ ਆਤਮਕ ਰੋਗਾਂ ਦਾ ਇਲਾਜ ਦੱਸ ਸਕਦੇ ਹੋ।